ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਅਸਲੀ ਕੌਣ, ਤੋਮਰਵਾਦ ਜਾਂ ਕਿਸਾਨਵਾਦ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬੜੀ ਮਿਹਰਬਾਨੀ। ਚਰਨਜੀਤ ਜੀ, ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਤੇ ਕੇਂਦਰ ਸਰਕਾਰ ਵਿਚਕਾਰ ਜਿਹੜੀ ਗੱਲਬਾਤ ਚੱਲ ਰਹੀ ਹੈ, ਉਹ 'ਚ ਜਿਹੜਾ ਡੈਡਲੌਕ ਬਣਿਆ ਸੀ, ਉਸ ਵਿੱਚ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੇ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਕਿ ਅਸੀਂ ਖੇਤੀ ਕਾਨੂੰਨਾਂ ਦੇ ਬਾਰੇ ਜਿਹੜਾ ਹੈਗਾ ਅਸਲ ਕਿਸਾਨ ਧਿਰਾਂ ਨਾਲ ਗੱਲਬਾਤ ਕਰਾਂਗੇ। ਅਸੀਂ ਜਾਣਨਾ ਚਾਹਾਂਗੇ ਇਹ ਅਸਲ ਕਿਸਾਨ ਧਿਰਾਂ ਕੌਣ ਨੇ, ਇਸ ਬਾਰੇ ਸਾਡੇ ਨਾਲ ਚਾਨਣਾ ਪਾਓ। ਖੇਤੀ ਮੰਤਰੀ ਸਾਡੇ ਨਰਿੰਦਰ ਤੋਮਰ ਜੀ ਨੇ ਕੱਲ੍ਹ ਇੱਕ ਨਵਾਂ ਸਗੂਫਾ ਛੱਡਿਆ ਹੈਗਾ ਜੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੱਲਬਾਤ ਲਈ ਰਾਜੀ ਹਾਂ, ਪਰ ਇਹ ਗੱਲਬਾਤ ਹੈ ਜਿਹੜੀ ਉਹ ਅਸਲ ਧਿਰਾਂ ਨਾਲ, ਜਿਹੜੀਆਂ ਅਸਲ ਕਿਸਾਨ ਧਿਰਾਂ ਹੈ ਉਹਨਾਂ ਨਾਲ ਜਾਰੀ ਰੱਖਾਂਗੇ ਅਸੀਂ। ਤਾਂ ਇਸ ਸੈਗਮੈਂਟ ਦੇ ਵਿੱਚ ਅਸੀਂ ਦੋ ਚੀਜ਼ਾਂ ਨੂੰ ਵੰਡ ਕੇ ਕਰਾਂਗੇ। ਇੱਕ ਤਾਂ ਅਸੀਂ ਦੇਖਾਂਗੇ ਕਿ ਤੋਮਰਵਾਦ ਜੀ ਤੇ ਦੂਸਰੀ ਸਾਈਡ ਸਾਡੇ ਕੋਲ ਹੈਗਾ ਕਿਸਾਨਵਾਦ। ਜੀ ਬਿਲਕੁਲ। ਤਾਂ ਭਾਜਪਾ ਸਰਕਾਰ ਦੀ ਜਿਹੜੀ ਇੱਕ ਪ੍ਰਚਾਰ ਮੁਹਿੰਮ ਨਵੇਂ ਸਿਰੋਂ ਸ਼ੁਰੂ ਹੋਈ ਹੈ, ਜੀ ਬੜੇ ਇੱਕ ਹੱਲਾ ਬੋਲ ਤਰੀਕੇ ਦੇ ਨਾਲ, ਜੀ ਉਹਦਾ ਹੀ ਹਿੱਸਾ ਇੱਕ ਇਹ ਤੋਮਰ ਸਾਹਿਬ ਦਾ ਜਿਹੜੇ ਖੇਤੀ ਮੰਤਰੀ ਹੈ ਉਹਨਾਂ ਦਾ ਇਹ ਬਿਆਨ ਹੈ। ਜੀ ਤਾਂ ਪਹਿਲਾ ਸਵਾਲ ਤਾਂ ਇਹੀ ਪੈਦਾ ਹੁੰਦਾ ਹੈ ਕਿ ਜਿਹੜੀ 6 ਗੇੜਾਂ ਦੀ ਗੱਲਬਾਤ ਕਿਸਾਨ ਧਿਰਾਂ ਨਾਲ ਕੀਤੀ ਹੈ, ਜੀ ਤਾਂ ਫਿਰ ਬਿਨਾਂ ਪਰਖੇ ਤੋਂ ਹੀ ਕੀ ਹੋ ਗਈ ਹੈ ਜੀ ਕਿ ਉਹਨਾਂ ਨੇ ਆਪਣੇ ਜਿਹੜਾ ਇੱਕ ਤੋਮਰੀ ਚਸ਼ਮਾ ਹੈ ਉਹਦੇ ਨਾਲ ਉਹ ਪਹਿਚਾਣ ਨਹੀਂ ਸਕੇ ਕਿ ਕੌਣ ਅਸਲੀ ਹੈ ਕੌਣ ਨਕਲੀ ਹੈ। ਜੀ ਤੇ ਗੱਲਬਾਤ ਜਦੋਂ ਹੁਣ ਕਾਫੀ ਕਿਸਾਨ ਅੰਦੋਲਨ ਵੀ ਕਾਫੀ ਭੱਗ ਗਿਆ ਹੈਗਾ ਜੀ ਤੇ 6 ਗੇੜ ਵੀ ਪੂਰੇ ਹੋ ਗਏ ਮੀਟਿੰਗਾਂ ਦੇ, ਤਾਂ ਹੁਣ ਇਹ ਗੱਲ ਖੜੀ ਕਰਨੀ ਕਿ ਕੌਣ ਅਸਲੀ ਹੈ ਕੌਣ ਨਕਲੀ ਹੈ, ਜੀ ਇਹ ਵੀ ਇੱਕ ਤਰ੍ਹਾਂ ਦੀ ਇੱਕ ਸਾਜ਼ਿਸ਼ ਕਹਿ ਲਓ ਜਾਂ ਇੱਕ ਨਵੀਂ ਖੇਡ ਕਹਿ ਲਓ ਜਿਹੜੀ ਸੈਂਟਰ ਗਵਰਨਮੈਂਟ ਨੇ ਖੇਡੀ ਹੈਗੀ ਹੈ। ਜੀ ਤਾਂ ਪਿਛਲੇ ਕੱਲ੍ਹ ਜਾਂ ਪਰਸੋਂ ਦੀਆਂ ਜੇ ਅਸੀਂ ਗਤੀਵਿਧੀਆਂ 'ਤੇ ਨਜ਼ਰ ਮਾਰ ਗਏ ਜੀ ਤਾਂ ਜਿਹੜਾ ਭਾਨੂ ਪ੍ਰਤਾਪ ਵਾਲੀ ਕਿਸਾਨ ਧਿਰ ਹੈਗੀ ਹੈ, ਜੀ ਤਾਂ ਉਹਨੇ ਨਰਿੰਦਰ ਮੰਤਰੀ ਤੋਮਰ ਸਾਹਿਬ ਹੈ, ਉਹਨਾਂ ਨਾਲ ਮੀਟਿੰਗ ਕੀਤੀ ਹੈ ਔਰ ਉਹਨਾਂ ਨੇ ਕਿਹਾ ਕਿ ਖੇਤੀ ਕਾਨੂੰਨ ਹੈ ਜਿਹੜੇ ਉਹ ਚੰਗੇ ਨੇ, ਜੀ ਇਹ ਕਿਸਾਨ ਪੱਖੀ ਨੇ, ਔਰ ਉਹਨਾਂ ਨੇ ਜਿਹੜਾ ਆਪਣਾ ਮੋਰਚਾ ਉੱਥੋਂ ਹਟਾ ਲਿਆ ਜੀ ਇਹਦੇ ਪੱਖ ਦੇ ਵਿੱਚ ਖੇਤੀ ਕਾਨੂੰਨਾਂ ਦੀ ਹਮਾਇਤ ਕਰਕੇ। ਪਰ ਉਸ ਤੋਂ ਬਾਅਦ ਕੀ ਹਾਲ ਹੋਇਆ ਕਿ ਜਿਹੜੀ ਭਾਨੂ ਪ੍ਰਤਾਪ ਦੀ ਜਥੇਬੰਦੀ ਹੈ, ਉਹਦੇ ਜਿਹੜੇ ਸੈਕੰਡ ਲਾਈਨ ਦੇ ਲੀਡਰ ਹੈਗੇ ਨੇ ਉਹ ਸਾਰੇ ਰਿਵੋਲਟ ਕਰ ਗਏ ਨੇ, ਉਹ ਸਾਰੇ ਬਗਾਵਤ ਕਰ ਗਏ ਕਿ ਅਸੀਂ ਤੁਹਾਡੇ ਨਾਲ ਨਹੀਂ। ਉਹ ਨਵੇਂ ਸਿਰੋਂ ਜਿੱਥੋਂ ਉਹਨਾਂ ਨੇ ਧਰਨਾ ਚੁੱਕਿਆ ਉੱਥੇ ਉਸੇ ਬਾਰਡਰ ਤੇ ਨਵੇਂ ਸਿਰੋਂ ਅੱਜ ਭਲਕ ਦੇ ਵਿੱਚ ਉਹ ਆਪਣਾ ਧਰਨਾ ਜਿਹੜਾ ਸ਼ੁਰੂ ਕਰਨਗੇ। ਇਸੇ ਕੜੀ ਦੇ ਵਿੱਚ ਹੀ ਖੇਤੀ ਮੰਤਰੀ ਨੂੰ ਸਾਡੇ ਉੱਤਰਾਖੰਡ ਵਾਲੇ ਤੇ ਹਰਿਆਣਾ ਦੇ ਕਿਸਾਨ ਹੈ ਜਿਹੜੇ ਮਿਲੇ ਨੇ ਔਰ ਉਹਨਾਂ ਦੀਆਂ ਤਸਵੀਰਾਂ ਵੀ ਇਹਨਾਂ ਨੇ ਨਸ਼ਰ ਕੀਤੀਆਂ ਨੇ ਕਿ ਤਾਂ ਕਿ ਪ੍ਰਭਾਵ ਦਿੱਤਾ ਜਾਵੇ ਕਿ ਕੁਝ ਜਿਹੜੀਆਂ ਕਿਸਾਨ ਧਿਰਾਂ ਇੱਦਾਂ ਦੀਆਂ ਵੀ ਨੇ ਜਿਹੜੀਆਂ ਚਾਹੁੰਦੀਆਂ ਨੇ ਕਿ ਇਹ ਵਿਵਾਦ ਖਤਮ ਹੋਵੇ, ਕਿਉਂਕਿ ਖੇਤੀ ਕਾਨੂੰਨਾਂ ਦੇ ਵਿੱਚ ਕਿਸੇ ਕਿਸਮ ਦਾ ਕੋਈ ਖੋਟ ਨਹੀਂ ਹੈਗਾ। ਤਾਂ ਆਉਂਦੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੀਆਂ ਕਿਸਾਨ ਧਿਰਾਂ ਜਿਹੜੀਆਂ ਉਹ ਸਾਡੇ ਖੇਤੀ ਮੰਤਰੀ ਨੂੰ ਮਿਲ ਸਕਦੀਆਂ ਨੇ, ਇਹ ਪੋਸੀਬਿਲਿਟੀ ਹੈਗੀ ਹੈ। ਕਿਉਂਕਿ ਜਿਹੜੀਆਂ 472 ਦੇ ਕਰੀਬ ਕਿਸਾਨ ਧਿਰਾਂ ਆਲ ਇੰਡੀਆ ਲੈਵਲ ਤੇ, ਜਿਹਨੂੰ ਰੀਪ੍ਰਜੈਂਟ ਕਰਦਾ ਸੰਯੁਕਤ ਕਿਸਾਨ ਮੋਰਚਾ, ਤਾਂ ਉਹਨਾਂ ਦੇ ਵਿੱਚ ਵੀ ਕੋਸ਼ਿਸ਼ ਕੀਤੀ ਜਾਏਗੀ ਕਿ ਸੰਨ ਲਾਇਆ ਜਾਵੇ। ਉਹਦੇ ਵਿੱਚ ਕੋਈ ਕਿਸਾਨ ਧਿਰ ਹਰਿਆਣੇ ਦੀ ਹੋ ਸਕਦੀ ਹੈ, ਯੂਪੀ ਦੀ ਹੋ ਸਕਦੀ ਹੈ, ਕਈ ਕਮਜ਼ੋਰ ਕੜੀਆਂ ਹੁੰਦੀਆਂ ਉੱਥੋਂ ਸ਼ੁਰੂਆਤ ਇਹ ਕਰ ਸਕਦੇ ਨੇ। ਕਿਉਂਕਿ ਨਿਰਖ ਕਰਨੀ ਸੀ ਤਾਂ ਖੇਤੀ ਮੰਤਰੀ ਪਹਿਲਾਂ ਕਰਦੇ, ਕਈ ਮੀਟਿੰਗਾਂ 'ਚ ਹੋ ਜਾਣੀ ਚਾਹੀਦੀ ਸੀ। ਔਰ ਸੈਂਟਰ ਸਰਕਾਰ ਅੱਜ ਤੱਕ ਡਿਸਾਈਡ ਹੀ ਨਹੀਂ ਕਰ ਸਕੀ। ਕਿਸਾਨ ਜਿਹੜੇ ਸਾਡੇ ਇੰਨੀ ਠੰਡ ਦੇ ਵਿੱਚ ਉੱਥੇ ਬੈਠੇ ਹੋਏ ਨੇ, ਤਕਰੀਬਨ ਮੈਨੂੰ ਲੱਗਦਾ 27 ਤਰੀਕ ਤੋਂ ਬੈਠੇ ਨੇ ਉੱਥੇ, ਤਾਂ ਅਜੇ ਤੱਕ ਕਦੇ ਤਾਂ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਜੀ ਇਹ ਗੁੰਮਰਾਹ ਹੋਏ ਵੇ ਕਿਸਾਨ ਨੇ, ਕਦੇ ਉਹਨਾਂ ਨੂੰ ਕਹਿੰਦੇ ਕਿ ਨਕਸਲਵਾਦ ਦੀ ਇਹਨਾਂ ਦੀ ਪਿੱਠ ਤੇ ਖੜਾ ਹੈ, ਕਦੇ ਉਹਨਾਂ ਨੂੰ ਲੈਫਟ ਵਾਲੇ ਕਹਿ ਦਿੱਤਾ ਜਾਂਦਾ ਹੈ, ਕਦੇ ਉਹਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹੀ ਕਿਹਾ ਹੈਗਾ ਕਿ ਇਹ ਜਿਹੜੀ ਕਿਸਾਨ ਹੈ ਉਹ ਵਿਰੋਧੀ ਧਿਰ ਦੇ ਇਸ਼ਾਰੇ ਤੇ ਚੱਲ ਰਹੇ ਨੇ ਇੱਕ ਤਰੀਕੇ ਨਾਲ। ਤਾਂ ਘੱਟੋ ਘੱਟ ਸੈਂਟਰ ਨੂੰ ਇਹ ਡਿਸਾਈਡ ਕਰ ਲੈਣਾ ਚਾਹੀਦਾ ਕਿ ਅਸੀਂ ਇਹਨਾਂ ਕਿਸਾਨਾਂ ਨੂੰ ਕੀ ਲਕਬ ਦੇਣਾ ਹੈਗਾ। ਅਗਰ ਜੇ ਇਸ ਕਿਸਮ ਦੀ ਤੁਹਾਨੂੰ ਪੀੜਾ ਹੈਗੀ ਹੈ ਤਾਂ ਫਿਰ ਗੱਲਬਾਤ ਕਾਹਦੇ ਲਈ? ਗੱਲਬਾਤ ਇਹ ਨਹੀਂ ਕਿ ਤੁਸੀਂ ਗੱਲਬਾਤ ਲਈ ਬੁਲਾਇਆ ਤੇ ਗੱਲਬਾਤ ਤੁਸੀਂ ਨੁਕਤੇ ਰੱਖੇ, ਉਹਨਾਂ 'ਚ ਕੁਛ ਤੇ ਰਜਾਮੰਦ ਹੋ ਗਏ, ਕੁਛ ਤੇ ਨਹੀਂ ਹੋਏ। ਗੱਲਬਾਤ ਲਈ ਇੱਕ ਬਕਾਇਦਾ ਇੱਕ ਮਾਹੌਲ ਸਿਰਜਿਆ ਜਾਂਦਾ ਹੈ। ਉਸ ਮਾਹੌਲ ਵੀ ਇੰਪੋਰਟੈਂਟ ਹੈ। ਉਸ ਮਾਹੌਲ 'ਚ ਜੇ ਤੁਸੀਂ ਤੁਹਾਡੀ ਨੀਅਤ ਦੇ ਵਿੱਚ ਕੋਈ ਸਾਫ਼ ਹੈਗੀ ਹੈ ਫਿਰ ਗੱਲਬਾਤ ਹੋਏਗੀ, ਫਿਰ ਉਹਦੀ ਪੋਸੀਬਿਲਿਟੀ ਹੋਏਗੀ ਜ਼ਿਆਦਾ ਸਿਰੇ ਚੜ੍ਹਨ ਦੀ। ਅਗਰ ਇੱਕ ਪਾਸੇ ਤੁਸੀਂ ਗੱਲਬਾਤ ਵੀ ਜਾਰੀ ਰੱਖ ਰਹੇ ਹੋ
ਤੇ ਦੂਸਰੀ ਤਰਫ ਤੁਸੀਂ ਇਸ ਕਿਸਮ ਦੇ ਲਕਬ ਵੀ ਦੇ ਰਹੇ ਹੋ ਕਿ ਤਾਂ ਖਾਲਿਸਤਾਨੀਆਂ ਨੇ, ਇਹਨਾਂ ਦੀ ਪਿੱਠ ਤੇ ਕੌਣ ਖੜਾ ਹੈਗਾ। ਇਹ ਦੋਨੇ ਪਾਲਿਸੀਆਂ ਨਹੀਂ, ਇੱਕੋ ਟਾਈਮ ਦੋਨੇ ਚੀਜ਼ਾਂ ਨਹੀਂ ਚੱਲ ਸਕਦੀਆਂ। ਹੁਣ ਪਿਛਲੇ ਟਾਈਮ ਤੋਂ ਇਹਨਾਂ ਨੇ 2-3 ਚੀਜ਼ਾਂ ਸ਼ੁਰੂ ਕਰ ਲਈਆਂ। ਜਦੋਂ ਕਿਸਾਨਾਂ ਨੇ ਕਹਿ ਦਿੱਤਾ ਕਿ ਅਸੀਂ ਤਾਂ ਖੇਤੀ ਕਾਨੂੰਨ ਵਾਪਸ ਲਾਉਂਗੇ ਤੇ ਤਾਂ ਹੀ ਅਸੀਂ ਜਾਵਾਂਗੇ, ਹੁਣ ਇਸ ਤੋਂ ਘੱਟ ਅਸੀਂ ਮੰਨਣਾ ਨਹੀਂ ਹੈਗਾ। ਤਾਂ ਇਹਨਾਂ ਨੇ ਆਪਣੀ ਜਿਹੜੀ ਪ੍ਰਚਾਰ ਸ਼ਕਤੀ ਹੈ ਉਹ ਤੇਜ਼ੀ ਨਾਲ ਵਧਾ ਦਿੱਤੀ ਹੈਗੀ ਹੈ। ਇਹਨਾਂ ਦੇ ਸਟੇਟ ਦੇ ਯੂਨਿਟ ਵੀ, ਦੂਸਰੇ ਵੀ, ਖੁਦ ਵੀ ਉਸ ਪਾਸੇ ਪੈ ਗਏ ਨੇ। ਆਹ ਪੈਂਤੜਾ ਲੈ ਲਿਆ ਜਿਹੜਾ ਆਪਾਂ ਡਿਸਕਸ ਕੀਤਾ ਹੈਗਾ ਕਿ ਕਿਸਾਨ ਧਿਰਾਂ ਦੇ ਵਿੱਚ ਇੱਕ ਸਪਲਿਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਨੇ ਨੂੰ ਇੱਕ ਤਰ੍ਹਾਂ ਦਾ ਲਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤਾਂ ਕਿ ਕਿਸਾਨਾਂ ਦੇ ਵਿੱਚ ਨਿਰਾਸ਼ਤਾ ਆਵੇ। ਇਹ ਤੋਮਰਵਾਦ ਦਾ ਹਿੱਸਾ ਨੇ ਸਾਰੀਆਂ ਚੀਜ਼ਾਂ, ਇਹ ਕਿ ਇਹ ਪੈਂਤੜਾ ਲਿਆ ਜਾ ਰਿਹਾ ਜਿਹਦੇ ਤਹਿਤ। ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸਾਨ ਥਿੜਕਣਗੇ, ਚਾਹੇ ਜਿੰਨੇ ਵੀ ਮਰਜ਼ੀ ਤੁਸੀਂ ਡਰ ਭੈ ਖੜੇ ਕਰ ਲਓ ਉਹਨਾਂ ਦੇ ਅੱਗੇ। ਅਸੀਂ ਤਾਂ ਜੰਮੀ ਡਰਾਂ ਦੇ ਵਿੱਚ ਹਾਂ। ਤੇ ਪਿੱਛੇ ਇੱਕ ਸੋਸ਼ਲ ਮੀਡੀਆ ਤੇ ਆਤਿਸ਼ ਘੁੰਮ ਰਹੀ ਹੈ, ਵੀਡੀਓ ਘੁੰਮ ਰਹੀ ਹੈ ਇੱਕ ਬੰਦੇ ਦੀ, 13-14 ਮਿੰਟ ਦੀ ਹੈਗੀ ਹੈ। ਉਹ ਆਪਣੇ ਆਪ ਨੂੰ ਜਰਨਲਿਸਟ ਕਹਿ ਰਿਹਾ ਕਿ ਮੈਂ ਬੜਾ ਸੀਨੀਅਰ ਜਰਨਲਿਸਟ ਹੈਗਾ, ਤੇ ਉਹਦੇ ਵਿੱਚ ਉਹ ਸਾਰਾ ਇੱਕ ਡਰ ਖੜਾ ਕਰ ਰਿਹਾ ਹੈਗਾ। ਉਹ ਕਹਿ ਰਿਹਾ ਕਿ ਮੇਰੇ ਕੋਲ ਬੜੀ ਸੀਕ੍ਰੇਟ ਇਨਫੋਰਮੇਸ਼ਨ ਸਰਕਾਰ ਦੀ ਤਰਫੋਂ ਮੈਨੂੰ ਪ੍ਰਾਪਤ ਹੋਈ ਆਪਣੇ ਸੋਰਸਸ ਦੇ ਰਾਹੀਂ ਕਿ ਸਰਕਾਰ ਆਉਂਦੇ ਦਿਨਾਂ 'ਚ ਬਹੁਤ ਵੱਡੀ ਸਖਤੀ ਕਰ ਸਕਦੀ ਹੈ ਅੰਦੋਲਨ ਤੇ ਕੋਈ ਮਾਰ-ਧਾੜ ਵੀ ਹੋ ਸਕਦੀ ਹੈ, ਬੰਦਿਆਂ ਦਾ ਨੁਕਸਾਨ ਵੀ ਹੋ ਸਕਦਾ ਹੈ। ਉਹ ਲੋਕਾਂ ਦੇ ਹੁਣ ਸਮਝ ਪੈ ਗਈ। ਇੱਕ ਦਿਨ ਤਾਂ ਬੜਾ ਲੋਕ ਵੀ ਦੁਬਿਧਾ 'ਚ ਰਹੇ ਵੀ ਕੀ ਹੋ ਸਕਦਾ ਹੈ, ਪਰ ਜਦੋਂ ਉਸ ਬੰਦੇ ਦਾ ਰਿਕਾਰਡ ਫਰੋਲਿਆ ਗਿਆ, ਪਿਛਲਾ ਪਿਛੋਕੜ ਦੇਖਿਆ ਗਿਆ ਸਾਰਾ, ਤਾਂ ਉਸ ਤੇ ਬੜੀ ਕਲੀਅਰ ਕੱਟ ਉਂਗਲ ਉੱਠਦੀ ਹੈਗੀ ਹੈ। ਤਾਂ ਇਹ ਕਿਸਾਨ ਧਿਰਾਂ ਵੀ ਸਮਝ ਗਈਆਂ, ਤੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੇ ਕੁੱਦੇ ਉੱਥੇ ਸਾਡੇ ਕਿਸਾਨ ਨੇ ਜਾਂ ਉਹਨਾਂ ਦੇ ਹਮਾਇਤੀ ਲੋਕ ਨੇ, ਉਹ ਵੀ ਇਸ ਚਾਲ ਨੂੰ ਸਮਝ ਗਏ ਨੇ ਕਿ ਸੈਂਟਰ ਦੀ ਤਰਫੋਂ ਕਿਤੇ ਨਾ ਕਿਤੇ ਇਹ ਗੜਬੜ ਕੀਤੀ ਲੱਗਦੀ ਹੈਗੀ ਹੈ ਕਿ ਕਿਸਾਨਾਂ ਦੇ ਵਿੱਚ ਇੱਕ ਖੌਫ ਖੜਾ ਕੀਤਾ ਜਾਵੇ। ਉਹਦੇ ਨਾਲ ਕੀ ਹੁੰਦਾ ਸੀ ਕਿ ਘੱਟੋ ਘੱਟ ਜੇ ਇਦਾਂ ਦਾ ਕੋਈ ਪ੍ਰਚਾਰ ਕਰਾਂਗੇ ਕਿ ਇੱਥੇ ਇਹ ਹੋ ਜਾਏਗਾ, ਇੱਥੇ ਅਸੀਂ ਕੋਈ ਵੱਡਾ ਹਮਲਾ ਹੋ ਸਕਦਾ ਹੈ ਸਟੇਟ ਦੀ ਤਰਫੋਂ, ਲੋਕਾਂ ਦੀ ਭੀੜ ਘਟ ਸਕੇ ਕਿ ਜਿਹੜੇ ਲੋਕ ਇਹ ਅੰਦੋਲਨ ਦੇ ਵਿੱਚ ਆਉਣਾ ਚਾਹੁੰਦੇ ਨੇ, ਇੱਕ ਤਾਂ ਉਹ ਰੁਕ ਜਾਣ, ਦੂਸਰਾ ਕਿ ਜਿਹੜੇ ਇਸ ਅੰਦੋਲਨ ਦੇ ਵਿੱਚ ਬੈਠੇ ਨੇ ਕੁਝ ਕਮਜ਼ੋਰ ਦਿਲਾਂ ਵਾਲੇ ਨੇ ਸੈਂਟਰ ਦੇ ਮੁਤਾਬਕ, ਉਹ ਵਾਪਸ ਚਲੇ ਜਾਣ। ਪਰ ਸਾਡੇ ਤਾਂ ਉਲਟ ਹੈਗਾ, ਜਿਉਂ-ਜਿਉਂ ਠੰਡ ਵਧੇਗੀ ਜਿਉਂ-ਜਿਉਂ ਇਕੱਠ ਵਧੇਗਾ, ਕਿਉਂਕਿ ਅਸੀਂ ਤਾਂ ਬਿਲਕੁਲ ਟੱਕਰ ਲੈਣ ਜਾਣਦੇ ਹੈਗੇ ਆ। ਤਾਂ ਇਹ ਸਾਰਾ ਇੱਕ ਤੋਮਰਵਾਦ ਦੀ ਕੜੀ ਦਾ ਹਿੱਸਾ ਹੈਗਾ। ਤੇ ਦੂਸਰੀ ਸਾਈਡ ਸਾਡੇ ਕੋਲ ਕਿਸਾਨਵਾਦ ਹੈ, ਜਿਹੜਾ ਸੰਯੁਕਤ ਕਿਸਾਨ ਮੋਰਚਾ ਜਿਹਨੇ ਕੱਲ ਮੀਟਿੰਗ ਕੀਤੀ ਆਪਣੀ, ਉਹਦੇ ਸੈਂਟਰ ਦੀਆਂ ਚਾਲਬਾਜ਼ੀਆਂ ਦੇਖ ਕੇ ਨਵੀਂ ਰਣਨੀਤੀ ਵੀ ਘੜੀ ਹੈਗੀ ਹੈ ਕਿਸਾਨਾਂ ਨੇ, ਕਿਸਾਨ ਧਿਰਾਂ ਨੇ। ਤਾਂ ਉਹਦੇ ਵਿੱਚ ਇੱਕ ਤਾਂ ਇਹੀ ਕਿਹਾ ਕਿ ਜਿਹੜੇ 18-20 ਦੇ ਕਰੀਬ ਜਿਹੜੇ ਕਿਸਾਨ ਹੈ ਉਹ ਠੰਡ ਦੇ ਨਾਲ ਮੌਤ ਹੋਈ ਹੈ, ਚਾਹੇ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਆਉਂਦੇ ਜਾਂਦੇ ਦਿੱਲੀ ਨੂੰ। ਤਾਂ ਉਹਨਾਂ ਦਾ 20 ਤਰੀਕ ਨੂੰ ਪ੍ਰੋਗਰਾਮ ਰੱਖਿਆ ਉਹਨਾਂ ਨੇ ਕਿ ਸਾਰੇ ਇੰਡੀਆ ਦੇ ਜਿੱਥੇ ਵੀ ਤੁਹਾਡੇ ਗੁਰੂ ਘਰ ਨੇ ਪੰਜਾਬ ਹਰਿਆਣਾ ਦੇ ਵਿੱਚ, ਤਾਂ ਪਿੰਡਾਂ ਵਾਲੇ ਹਰ ਪਿੰਡ ਦੇ ਵਿੱਚ 11 ਤੋਂ ਲੈ ਕੇ 1 ਵਜੇ ਤੱਕ ਉਹਨਾਂ ਗੁਰੂ ਘਰਾਂ ਦੇ ਵਿੱਚ ਅਰਦਾਸ ਕਰਨਾ। ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਗੂ ਹੈ ਕਿਸਾਨ ਧਿਰਾਂ ਦੇ, ਉਹ ਬਲਾਕ ਲੈਵਲ ਤੇ, ਪਿੰਡ ਲੈਵਲ ਤੇ ਮੀਟਿੰਗਾਂ ਕਰਨ, ਫਿਰ ਡਿਸਟ੍ਰਿਕਟ ਲੈਵਲ ਤੇ ਮੀਟਿੰਗਾਂ ਕਰਨ। ਤਾਂ ਉਸ ਤੋਂ ਬਾਅਦ ਉਹ ਲੋਕਾਂ ਨੂੰ ਨਵੇਂ ਜਥੇ ਤਿਆਰ ਕਰਨ ਕਿ ਜਿਹੜੇ ਦਿੱਲੀ ਨੂੰ ਚਾਲੇ ਪਾਉਣ। ਤਾਂ ਇੱਕ ਠੋਸ ਰਣਨੀਤੀ ਦਾ ਜਿਹੜਾ ਪਹਿਲੀ ਕੜੀ ਇਹ ਹੈਗੀ ਹੈ ਕਿ ਕਿਸਾਨ ਧਿਰਾਂ ਆਉਂਦੇ ਦਿਨਾਂ ਦੇ ਵਿੱਚ, ਆਉਂਦੇ 3-4 ਦਿਨਾਂ ਦੇ ਵਿੱਚ ਉੱਥੇ ਆਪਣੀ ਫੋਰਸ ਹੈ ਜਿਹੜੀ ਹੋਰ ਇਕੱਠੀ ਕਰਨਗੀਆਂ। ਹੁਣ ਵੀ ਲੱਖਾਂ ਦੀ ਗਿਣਤੀ 'ਚ, ਹੋਰ ਵਾਧਾ ਇਹਦੇ ਵਿੱਚ ਕੀਤਾ ਜਾਏਗਾ। ਇੱਕ ਤਾਂ ਇਹ ਹੈਗਾ। ਦੂਸਰਾ ਇਹ ਹੈਗਾ ਪੈਂਤੜਾ ਕਿ ਜਿਹੜੇ ਦਿੱਲੀ ਨੂੰ ਜਾਂਦੇ ਮਾਰਗ ਹੈ ਉਹਨਾਂ ਨੂੰ ਹੁਣ ਥੋੜ੍ਹਾ ਟਾਈਟ ਕੀਤਾ ਜਾਏਗਾ। 5 ਵੱਡੇ ਮਾਰਗ ਨੇ, ਜਿਹਨੇ ਨੈਸ਼ਨਲ ਹਾਈਵੇ ਕਹਿ ਲਓ ਜਿਹਨਾਂ ਨੂੰ, 6 ਮਾਰਗੀ 8 ਮਾਰਗੀ, ਉਹਨਾਂ 'ਚ 2 ਤਾਂ ਆਲਰੇਡੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਹੈ ਜਿਹੜੇ ਘੇਰੇ ਹੋਏ ਨੇ। ਬਾਕੀ ਜਿਹੜੇ 3 ਨੈਸ਼ਨਲ ਹਾਈਵੇ ਹੈ ਉਹਨਾਂ ਦੀ ਇੱਕ ਸਾਈਡਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਨੇ ਹਜੇ, ਉਹਨਾਂ ਨੂੰ ਵੀ ਘੇਰਿਆ ਜਾਣਾ ਹੈਗਾ। ਪਰ ਜਦੋਂ ਇਹ ਸਵਾਲ ਉੱਠਦਾ ਹੈਗਾ ਕਿ ਜਿਵੇਂ ਅੱਜ ਅਸੀਂ ਵੀ ਅਖਬਾਰਾਂ ਦੇ ਵਿੱਚ ਪੜ੍ਹਿਆ ਕਿ ਜਿਹੜੇ ਉੱਥੇ ਇੰਡਸਟਰੀ ਵਾਲੇ ਲੋਕ ਹੈ ਉਹਨਾਂ ਨੂੰ ਕੁਝ ਤਕਲੀਫਾਂ ਆ ਰਹੀਆਂ, ਇਸ ਕਿਸਮ ਦਾ ਪ੍ਰਭਾਵ ਦਿੱਤਾ ਜਾਣ ਲੱਗਿਆ। ਪਰ ਇੱਦਾਂ ਦੀ ਗੱਲ ਕੋਈ ਨਹੀਂ ਹੈਗੀ ਲੱਗਦੀ, ਕਿਉਂਕਿ ਦਿੱਲੀ ਨੂੰ ਇਸ ਕਿਸਮ ਦੇ ਤਕਰੀਬਨ 22 ਰਸਤੇ ਨੇ ਜਿਨ੍ਹਾਂ ਨੂੰ ਲਿੰਕ ਸੜਕਾਂ ਕਹਿ ਸਕਦੇ ਹਾਂ ਜਾਂ 2 ਮਾਰਗੀ ਰਸਤੇ ਕਹਿ ਸਕਦੇ ਹਾਂ। ਉਹ ਇਸ ਕਰਕੇ ਖੁੱਲ੍ਹੇ ਛੱਡੇ ਤੇ ਨਾ ਹੀ ਉਹਨਾਂ ਨੂੰ ਬੰਦ ਕਰਨ ਦੀ ਯੋਜਨਾ ਹੈ ਕੋਈ ਕਿਸਾਨ ਧਿਰਾਂ ਦੀ, ਤਾਂ ਕਿ ਜਿਹੜੇ ਲੋਕ ਦਿੱਲੀ ਦੇ ਲੋਕਲ ਲੋਕ ਹੈ ਉਹਨਾਂ ਨੂੰ ਰੋਜ਼ਮਰਾ ਦੀਆਂ ਜਿਹੜੀਆਂ ਚੀਜ਼ਾਂ ਆਉਣੀਆਂ, ਕੋਈ ਦੁੱਧ ਆਉਣਾ ਹੈ, ਸਬਜ਼ੀ ਆਉਣੀ ਹੈ ਪਿੰਡਾਂ ਤੋਂ, ਉਹਦੇ ਵਿੱਚ ਕੋਈ ਵਿਘਨ ਨਾ ਪਵੇ। ਵੱਡਾ ਮੋਰਚਾ ਖੁੱਲ੍ਹਿਆ ਹੋਇਆ, ਉੱਥੇ ਲੰਗਰ ਛਕਦੇ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ। ਤਾਂ ਇਹਨਾਂ ਚੀਜ਼ਾਂ ਨੂੰ ਸਾਡੀਆਂ ਜਿਹੜੀਆਂ ਕਿਸਾਨ ਧਿਰਾਂ ਉਹ ਧਿਆਨ 'ਚ ਰੱਖ ਕੇ, ਇਹ ਸਟੇਟਾਂ ਖਾਸ ਕਰਕੇ ਦੱਖਣ ਦੀਆਂ ਨੇ, ਜਿਵੇਂ ਆਂਧਰਾ ਹੋ ਗਿਆ, ਕਰਨਾਟਕਾ ਹੋ ਗਿਆ, ਤਾਮਿਲਨਾਡੂ ਹੋ ਗਿਆ, ਜਿਹੜੇ ਕਿਸਾਨਾਂ ਨੂੰ ਆਉਣ 'ਚ ਦਿੱਕਤ ਹੈਗੀ ਹੈ ਜਾਂ ਸਰਕਾਰ ਰੋਕਾਂ ਖੜੀਆਂ ਕਰ ਰਹੀ ਹੈ ਜਾਂ ਜਿਨ੍ਹਾਂ ਕੋਲ ਕੋਈ ਸਾਧਨ ਨਹੀਂ ਹੈਗਾ, ਉਹਨਾਂ ਲਈ ਆਉਂਦੇ ਦਿਨਾਂ ਦੇ ਵਿੱਚ ਇਹਨਾਂ ਨੇ ਇਹ ਕਰਨਾ ਹੈ 1-2 ਦਿਨਾਂ ਦੇ ਵਿੱਚ
ਕਿ ਉੱਥੇ ਸਟੇਟ ਲੈਵਲ ਦੇ ਪ੍ਰੋਟੈਸਟ ਸ਼ੁਰੂ ਕਰਾਏ ਜਾਣੇ ਆ ਕਿ ਜਿਵੇਂ ਪੰਜਾਬ ਦੇ ਵਿੱਚ 2 ਮਹੀਨੇ ਮੋਰਚਾ ਚੱਲਦਾ ਰਿਹਾ ਰੈਗੂਲਰ, ਤਾਂ ਉਹਨਾਂ ਨੂੰ ਵੀ ਕਿਹਾ ਕਿ ਤੁਸੀਂ ਆਪਣੀ ਜਿਹੜੀਆਂ ਰਾਜਧਾਨੀਆਂ ਹੈਗੀਆਂ ਜਾਂ ਕੋਈ ਹੋਰ ਜਿਹੜਾ ਸੈਂਟਰਲ ਪੁਆਇੰਟ ਹੈਗਾ ਉੱਥੇ ਤੁਸੀਂ ਆਪਣੇ ਪ੍ਰੋਟੈਸਟ ਸ਼ੁਰੂ ਕਰੇ, ਤਾਂ ਕਿ ਸਾਰੇ ਪਾਸਿਓਂ ਇੱਕ ਦਬਾਅ ਹੈ ਜਿਹੜਾ ਕਿ ਜੰਗਾਂ ਦੇ ਟਾਈਮ 'ਚ ਕੋਈ ਖਾਸ ਪੈਂਤੜਾ ਲਿਆ ਗਿਆ ਹੋਵੇ। ਪਰ ਹੈਰਾਨੀ ਤਾਂ ਇਹ ਹੁੰਦੀ ਹੈਗੀ ਹੈ ਕਿ ਜਦੋਂ ਤਾਂ ਜਿਸ ਤਰ੍ਹਾਂ ਕੋਵਿਡ ਦਾ ਬਹਾਨਾ ਲਾਇਆ ਗਿਆ ਕਿ ਜਦੋਂ ਤਾਂ ਬਹੁਤ ਸਿਖਰ ਤੇ ਸੀ ਸਾਡੇ ਕਰੋਨਾ ਵਾਇਰਸ, ਉਦੋਂ ਤਾਂ ਅਸੀਂ ਸੈਸ਼ਨ ਬੁਲਾ ਕੇ ਆਪਣੇ ਜਿਹੜੇ ਖੇਤੀ ਬਿੱਲ ਹੈ, ਕਾਨੂੰਨ ਹੈ ਜਿਹੜੇ ਉਹ ਬਣਾਤੇ ਨੇ। ਠੀਕ ਹੈ, ਹੁਣ ਜਦੋਂ ਪ੍ਰਕੋਪ ਵੀ ਥੋੜਾ ਘਟਿਆ ਹੈਗਾ, ਉਸ ਕਿਸਮ ਦਾ ਮਾਹੌਲ ਵੀ ਨਹੀਂ ਹੈਗਾ, ਤਾਂ ਹੁਣ ਅਸੀਂ ਜੇ ਅੱਗੇ ਪਾਇਆ ਜਾਂਦਾ ਹੈਗਾ ਜਨਵਰੀ 'ਚ ਕਰਨਾ ਹੈਗਾ, ਤਾਂ ਇਹਦੀ ਇੱਕ ਖਾਸ ਵਜ੍ਹਾ ਇਹ ਹੈ ਕਿ ਸੈਂਟਰਲ ਗਵਰਨਮੈਂਟ ਹੈ ਜਿਹੜੀ ਅੰਦਰੋਂ ਹਿੱਲੀ ਹੋਈ ਹੈ, ਬਾਹਰੋਂ ਚਾਹੇ ਕਿੰਨੀ ਵੀ ਆਪਣੀ ਪ੍ਰਚਾਰ ਸ਼ਕਤੀ ਇਸ ਕਿਸਮ ਦੇ ਸਾਧਨ ਅਤੇ ਝੋਕ ਦੇ ਕਿ ਕੌਣ ਅਸਲੀ ਹੈ ਕੌਣ ਨਕਲੀ ਹੈ। ਹੁਣ ਚਰਨ ਜੀ, ਜਦੋਂ ਅਸੀਂ ਗੱਲ ਕਰ ਰਹੇ ਹਾਂ ਅਸਲੀ ਤੇ ਨਕਲੀ ਦੀ, ਕੱਲ ਪ੍ਰਧਾਨ ਮੰਤਰੀ ਕੱਛ ਦੇ ਇਲਾਕੇ 'ਚ ਜਾ ਕੇ ਆਏ ਨੇ, ਉੱਥੇ ਵੀ ਉਹਨਾਂ ਨੇ ਕੁਝ ਜਿਹੜਾ ਕਿਸਾਨਾਂ ਨਾਲ ਮੀਟਿੰਗ ਕੀਤੀ ਹੈ। ਅਸੀਂ ਜਾਣਨਾ ਚਾਹਾਂਗੇ ਪਹਿਲਾਂ ਤਾਂ ਉਹ ਅਸਲੀ ਕਿਸਾਨ ਸੀ ਜਾਂ ਨਕਲੀ। ਇਹਦੇ ਨਾਲ ਹੀ ਜਿਹੜੇ ਗੁਜਰਾਤ ਦੇ ਵਿੱਚ ਹੈਗੇ ਆ, ਬਹੁਤ ਜਿਹੜੇ ਵੱਡੀ ਗਿਣਤੀ 'ਚ ਪੰਜਾਬੀ ਕਿਸਾਨ ਜਿਹੜੇ ਹੈਗੇ ਆ ਉੱਥੇ ਰਹਿ ਰਹੇ ਨੇ, ਉਹਨਾਂ ਦਾ ਵੀ ਜਿਹੜਾ ਇੱਕ ਮਸਲਾ ਪਿਛਲੇ ਲੰਬੇ ਸਮੇਂ ਤੋਂ ਫਸਿਆ ਹੋਇਆ, ਉਹ ਕਿੱਥੇ ਕੁ ਖੜਾ ਹੈ? ਉਹ ਇਹ ਹੈ ਕਿ ਪ੍ਰਧਾਨ ਮੰਤਰੀ ਕੱਲ ਕੱਛ ਦੇ ਇਲਾਕੇ ਦੇ ਵਿੱਚ ਗੁਜਰਾਤ 'ਚ ਗਏ ਸੀਗੇ, ਤੇ ਉਹਨਾਂ ਨੇ ਖੇਤੀ ਕਾਨੂੰਨਾਂ ਬਾਰੇ ਵੀ ਬੋਲਿਆ ਹੈਗਾ, ਉਹਦੀ ਪ੍ਰੇਜ਼ ਕੀਤੀ ਹੈਗੀ ਹੈ। ਤਾਂ ਸਿੰਬੋਲਿਕਲੀ ਉਹਨਾਂ ਨੇ ਇੱਕ ਮੁਲਕ ਨੂੰ ਦੱਸਣ ਦੇ ਲਈ ਉੱਥੇ ਕਿਸਾਨਾਂ ਦੀ ਇੱਕ ਵਫਦ ਨਾਲ ਮੀਟਿੰਗ ਵੀ ਕੀਤੀ ਹੈਗੀ, ਜਿਸ ਨੂੰ ਡੈਲੀਬਰੇਟਲੀ ਨਸਰ ਵੀ ਕੀਤਾ ਗਿਆ ਹੈਗਾ, ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਸਾਨਾਂ ਨੂੰ ਫੇਸ ਟੂ ਫੇਸ ਆ ਜਿਹੜੇ ਸਾਡੇ ਪ੍ਰਧਾਨ ਮੰਤਰੀ ਮਿਲ ਰਹੇ ਨੇ। ਇਹ ਪ੍ਰਭਾਵ ਦੇਣ ਲਈ ਕੀਤਾ ਗਿਆ ਉੱਥੇ। ਪਰ ਮੈਂ ਜਿਹੜੀ ਗੱਲ ਤੁਸੀਂ ਕਹੀ ਹੈਗੀ ਆ ਕਿ ਉਹ ਕਿਸਾਨ ਅਸਲੀ ਸੀ ਜਾਂ ਨਕਲੀ ਸੀ, ਤੇ ਵੈਸੇ ਤਾਂ ਕਿਸਾਨ ਹੀ ਹੁੰਦਾ, ਉਹਦੀ ਕੋਈ ਉੱਦਾਂ ਨਹੀਂ ਪਰਤਾਂ ਨਹੀਂ ਹੁੰਦੀਆਂ। ਪਰ ਇਹਨਾਂ ਨੇ ਇੱਕ ਨਵੀਂ ਡੈਫੀਨੇਸ਼ਨ ਹੈ ਜਿਹੜੀ ਘੜਤੀ ਹੈਗੀ ਹੈ ਭਾਜਪਾ ਸਰਕਾਰ ਨੇ, ਅਸਲੀ ਨਕਲੀ ਵਾਲੀ ਹੈਗੀ ਆ। ਤਾਂ ਉੱਥੇ ਜਿੰਨਾ ਕਿ ਮੈਂ ਕੱਲ ਦੇ ਆਪਣੇ ਜਿਹੜੇ ਮੇਰੇ ਸਰੋਤ ਨੇ ਜਾਂ ਉੱਥੋਂ ਦੇ ਜਿਹੜੇ ਕਿਸਾਨ ਪੰਜਾਬੀ ਉੱਥੇ ਬਸੇ ਹੋਏ ਨੇ, ਉਹਨਾਂ ਨਾਲ ਮੈਂ ਗੱਲ ਕੀਤੀ ਹੈਗੀ ਹੈ, ਤਾਂ ਮੈਂ ਉਹਨਾਂ ਨੂੰ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਕਿ ਜਿਹੜੇ ਉਹ 12-13 ਕਿਸਾਨ ਸੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਨੇ, ਉਹਨਾਂ ਦੀ ਜਿਹੜੀ ਅਗਵਾਈ ਕਰਦਾ ਇੱਕ ਕਿਸਾਨ ਸੀ, ਉਹ ਬੜਾ ਪੁਰਾਣਾ ਉੱਥੇ ਵਸਿਆ ਹੋਇਆ ਹੈਗਾ, ਔਰ ਉਸ ਜਿਹੜੇ ਪਿੰਡ ਦਾ ਉਹ ਰਹਿਣ ਵਾਲਾ ਹੈ, ਉਸ ਪਿੰਡ ਦਾ ਸਰਪੰਚ ਹੈ ਭਾਜਪਾ ਦੀ ਤਰਫੋਂ, ਔਰ ਭਾਜਪਾ ਦੇ ਉੱਥੇ ਉਹਦੇ ਆਪਣੇ ਕਈ ਹੋਟਲ ਨੇ, ਔਰ ਭਾਜਪਾ ਸਰਕਾਰ ਨੇ ਉੱਥੇ ਉਹਨੂੰ ਲੂਣ ਦੀਆਂ ਜਿਹੜੀਆਂ ਖਾਨਾਂ ਹੁੰਦੀਆਂ ਉਹਦੇ ਠੇਕੇ ਵੀ ਦਿੱਤੇ ਹੋਏ ਨੇ। ਤਾਂ ਜਿਹੜੇ ਨਾਲ ਗਏ ਵੀ ਸੀ ਉਹ ਵੀ ਉਹਦੇ ਨਾਲ ਚੇਲੇ ਬਾਲ ਕੇ ਹੀ ਗਏ ਹੋਏ ਸੀ। ਤਾਂ ਜਿਹੜੇ ਉੱਥੇ ਅਸਲੀ ਕਿਸਾਨ ਹੈ, ਮੈਂ ਉਹਨਾਂ ਇੱਕ ਸੁਰਿੰਦਰ ਸਿੰਘ ਭੁੱਲਰ ਨੇ, ਬੜੇ ਪੁਰਾਣੇ, ਜਿਨ੍ਹਾਂ ਨੇ ਸਾਰੀ ਲੜਾਈ ਕੋਰਟਾਂ ਦੇ ਵਿੱਚ ਵੀ ਉੱਥੇ ਪੰਜਾਬੀ ਕਿਸਾਨਾਂ ਦੀ ਲੜੀ ਹੈ, ਉਹਨਾਂ ਨਾਲ ਮੇਰੀ ਗੱਲ ਹੋਈ, ਤਾਂ ਉਹ ਕਹਿੰਦੇ ਵੀ ਅਸਲੀ ਤਾਂ ਬੁਲਾਏ ਹੀ ਨਹੀਂ ਗਏ, ਉਹ ਤਾਂ ਆਪਣੇ ਜਿਹੜੇ ਉਹਨਾਂ ਦੇ ਪੱਖੀ ਬੰਦੇ ਸੀਗੇ ਉਹਨਾਂ ਨੂੰ ਬੁਲਾ ਕੇ ਹੀ ਜਿਹੜਾ ਸਾਰਾ ਮੀਟਿੰਗ ਕਰਕੇ ਜਿਹੜੇ ਪ੍ਰਧਾਨ ਮੰਤਰੀ ਚਲੇ ਗਏ, ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਖੇਤੀ ਕਾਨੂੰਨ ਬਹੁਤ ਵਧੀਆ ਹੈ। ਤਾਂ ਮੈਂ ਉਹਨਾਂ ਨੂੰ ਕੁਐਸਚਨ ਕੀਤਾ ਕਿ ਤੁਹਾਡਾ ਜਿਹੜਾ ਮਸਲਾ ਸੀ ਪੰਜਾਬ ਦੇ ਕਿਸਾਨਾਂ ਦਾ, ਉਹ ਕਿੱਥੇ ਖੜਾ ਹੈ? ਉਹ ਕਹਿੰਦੇ ਉਹ ਉੱਥੇ ਸੇਮ ਖੜਾ ਹੈ, ਉਹਦੇ ਬਾਰੇ ਨਾ ਤਾਂ ਕੋਈ ਐਲਾਨ ਹੋਇਆ, ਜਾਂ ਤਾਂ ਮੋਦੀ ਸਾਹਿਬ ਸਟੇਜ ਤੋਂ ਕਹਿੰਦੇ ਕਿ ਪੰਜਾਬੀ ਕਿਸਾਨਾਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਅਸੀਂ ਦੂਰ ਕਰਾਂਗੇ, ਕੋਈ ਸੋਲਿਡ ਐਲਾਨ ਕੀਤਾ ਜਾਂਦਾ। ਇੱਕ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨੀ ਚਾਹਾਂਗੇ ਕਿ ਜਦ ਜਿਹੜਾ ਵਫਦ ਪ੍ਰਧਾਨ ਮੰਤਰੀ ਨੂੰ ਉੱਥੇ ਮਿਲਿਆ ਹੈਗਾ, ਇਹ ਉਹ ਵਫਦ ਹੈ ਜਿਹੜਾ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਚੰਡੀਗੜ੍ਹ ਆਇਆ ਸੀ, ਪੰਜਾਬ ਆਇਆ ਸੀ। ਉਦੋਂ ਇੱਕ ਗੱਲ ਉੱਭਰੀ ਸੀ ਉਹਨਾਂ ਚੋਣਾਂ ਵੇਲੇ ਕਿ ਪੰਜਾਬ ਦੇ ਜਿਹੜੇ ਕਿਸਾਨ ਉੱਥੇ ਜਿਨ੍ਹਾਂ ਨੇ ਜ਼ਮੀਨਾਂ ਆਬਾਦ ਕੀਤੀਆਂ ਨੇ ਗੁਜਰਾਤ 'ਚ ਜਾ ਕੇ, ਕੱਛ ਦੇ ਇਲਾਕੇ 'ਚ ਜਾ ਕੇ, ਵੀ ਉਹਨਾਂ ਤੇ ਹਮਲੇ ਹੋ ਰਹੇ ਨੇ, ਅਟੈਕ ਹੋ ਰਹੇ ਸੀ ਉਹਨਾਂ ਦਿਨਾਂ 'ਚ। ਇਹ ਮਾਮਲਾ ਕਾਫੀ ਨੈਸ਼ਨਲ ਲੈਵਲ ਤੇ ਭਖਿਆ ਸੀ। ਤਾਂ ਉਦੋਂ ਸਾਡੇ ਜਿਹੜੇ ਵੱਡੇ ਬਾਦਲ ਸਾਹਿਬ ਹੈ, ਉਹਨਾਂ ਨੇ ਬਤੌਰ ਮੁੱਖ ਮੰਤਰੀ ਉਹ ਇਹੀ ਜਿਹੜੇ ਬੰਦੇ ਮਿਲੇ ਸੀ, ਇਹ ਉਹਦੀ ਚੰਡੀਗੜ੍ਹ ਆਏ ਸੀ। ਤਾਂ ਇਹਨਾਂ ਦੀ ਇੱਕ ਪ੍ਰੈਸ ਕਾਨਫਰੰਸ ਵੀ ਕਰਾਈ ਗਈ ਸੀ ਕਿ ਗੁਜਰਾਤ ਦੇ ਵਿੱਚ ਇਹੋ ਜਿਹੀ ਕੋਈ ਗੱਲ ਨਹੀਂ। ਤਾਂ ਉਹੀ ਵਫਦ ਜਿਹੜਾ ਉਹ 2014 ਵਾਲਾ ਹੈ, ਉਹੀ ਵਫਦ ਹੁਣ ਪ੍ਰਧਾਨ ਮੰਤਰੀ ਨੂੰ ਜਿਹੜਾ ਉੱਥੇ ਕੱਛ ਦੇ ਇਲਾਕੇ ਦੇ ਵਿੱਚ ਮਿਲਿਆ ਹੈਗਾ। ਤਾਂ ਅਸੀਂ ਜਿਵੇਂ ਤੁਸੀਂ ਕਿਹਾ ਸੀ ਕਿ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਤਾਂ ਮੈਂ ਆਪਣੇ ਦਰਸ਼ਕਾਂ ਨਾਲ ਥੋੜ੍ਹੀ ਜਿਹੀ ਇਹ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਜਿਸ ਟਾਈਮ 1965 ਦੀ ਜੰਗ ਲੱਗੀ ਸੀਗੀ, ਤਾਂ ਉਸ ਦੇ ਵਿੱਚ ਸਰਦਾਰਾਂ ਦੀ ਭੂਮਿਕਾ ਦੇਖ ਕੇ ਜਾਂ ਇਹਨਾਂ ਨੂੰ ਸ਼ਾਬਾਸ਼ ਦੇਣ ਦੇ ਲਈ, ਤਾਂ ਲਾਲ ਬਹਾਦਰ ਸ਼ਾਸਤਰੀ ਜਿਹੜੇ ਸੀਗੇ ਸਾਡੇ ਆਗੂ ਮੁਲਕ ਦੇ, ਤਾਂ ਉਹਨਾਂ ਨੇ ਉਸ ਭੁਜ ਦੇ ਕੱਛ ਦੇ ਇਲਾਕੇ ਦੇ ਵਿੱਚ ਜ਼ਮੀਨਾਂ ਅਲਾਟ ਕੀਤੀਆਂ ਸੀਗੀਆਂ। ਤਾਂ ਸਾਡੇ ਪੰਜਾਬ ਦੇ 5000 ਦੇ ਕਰੀਬ ਸਰਦਾਰ ਫੈਮਲੀਆਂ ਕਹਿ ਲਓ ਜਾਂ ਸਾਬਕਾ ਫੌਜੀ ਕਹਿ ਲਓ, ਤਾਂ ਇਹਨਾਂ ਨੂੰ ਇਹ ਬੰਜਰ ਜਿਹੜੇ ਅਲਾਟ ਕਰ ਦਿੱਤੇ ਗਏ ਸੀ। ਉਹਨਾਂ ਨੂੰ ਲੱਗਦਾ ਸੀ ਸੈਂਟਰ ਗਵਰਨਮੈਂਟ ਨੂੰ ਕਿ ਇਹ ਲੋਕ ਹੈ ਜਿਹੜੇ ਪੰਜਾਬ ਦੇ, ਇਹ ਬੰਜਰਾਂ ਨੂੰ ਤੋੜ ਸਕਦੇ ਨੇ, ਇਹ ਫਰਟਾਈਲ ਕਰ ਸਕਦੇ ਨੇ। ਤੇ ਜਿਸ ਟਾਈਮ ਉਹ ਲੋਕ ਗਏ ਸੀਗੇ ਤਾਂ ਅਲਾਟਮੈਂਟ ਹੋਈ, 5000 ਦੇ ਕਰੀਬ ਪੰਜਾਬ ਦੇ ਕਿਸਾਨ ਸੀ, ਇਹ ਤੋਂ ਇਲਾਵਾ ਵੱਡੀ ਗਿਣਤੀ ਹਰਿਆਣਾ ਦੇ ਕਿਸਾਨ ਵੀ ਸੀ ਉਹਨਾਂ ਦੇ ਵਿੱਚ। ਤਾਂ ਉਹਨਾਂ ਨੇ ਉਹ ਬੰਜਰਾਂ ਨੂੰ ਤੋੜਿਆ, ਉਹ ਲੈਂਡ ਨੂੰ ਫਰਟਾਈਲ ਕੀਤਾ
ਕਿਸੇ ਵੇਲੇ ਉੱਥੇ ਆਤਿਸ਼ ਮਤਲਬ ਬਿਲਕੁਲ ਕੋਈ ਹੁੰਦੀ ਨਹੀਂ, ਫਸਲ ਹੀ ਨਹੀਂ ਸੀ ਹੁੰਦੀ, ਤਾਂ ਇਹਨਾਂ ਪਾਈਆ ਨਰਮਾ ਮਸਾ ਹੁੰਦਾ ਸੀਗਾ, ਤਾਂ ਇਹਨਾਂ ਲੋਕਾਂ ਨੇ ਉੱਥੇ ਟਿਊਬਵੈਲ ਵੀ ਨਵੇਂ ਜਾ ਕੇ ਲਾਏ। ਤੇ ਅੱਜ ਉੱਥੇ ਦੇਖਿਆ ਜਾਵੇ ਤਾਂ ਹਰ 10 ਕਿਲੋਮੀਟਰ ਤੇ ਕਾਟਨ ਮਿੱਲਾਂ ਲੱਗੀਆਂ ਹੋਈਆਂ ਨੇ। ਬਹੁਤ ਸਾਰਾ ਨਰਮਾ ਜਿਹੜਾ ਉਸ ਏਰੀਏ ਦੇ ਵਿੱਚ ਹੁੰਦਾ, ਬਹੁਤ ਸਾਰੇ ਟਿਊਬਵੈਲ, ਸਿੰਚਾਈ ਦੇ ਹੋਰ ਵੀ ਸਾਧਨ ਹੁਣ ਡਿਵੈਲਪ ਹੋ ਗਏ ਨੇ। ਪਰ ਉੱਥੇ ਹੋਇਆ ਕਿ 1972 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਉਹਨਾਂ ਨੇ ਇੱਕ ਸਰਕੂਲਰ ਜਾਰੀ ਕਰ ਦਿੱਤਾ ਸੀ ਕਿ ਗੁਜਰਾਤ ਦੇ ਵਿੱਚ ਜਿਹੜੇ ਆਊਟਸਾਈਡਰ ਹੈ ਕੋਈ ਵੀ ਹੈ, ਉਹ ਗੁਜਰਾਤ ਦੇ ਵਿੱਚ ਜ਼ਮੀਨਾਂ ਨਹੀਂ ਲੈ ਸਕਣਗੇ। ਤਾਂ ਨਰਿੰਦਰ ਮੋਦੀ ਜਦੋਂ ਮੁੱਖ ਮੰਤਰੀ ਸੀ ਗੁਜਰਾਤ ਦੇ, ਇਹਨਾਂ ਨੇ 2010 ਦੇ ਵਿੱਚ ਉੱਥੇ ਕੀ ਕੀਤਾ ਕਿ ਉਹ ਸਰਕੂਲਰ ਦੀ ਆੜ ਦੇ ਵਿੱਚ ਇਹ ਕਹਿ ਦਿੱਤਾ ਕਿ ਤੁਸੀਂ ਜ਼ਮੀਨਾਂ ਦੇ, ਇਹਨਾਂ ਨੇ ਕਹਿ ਕੇ ਸਾਨੂੰ ਤਾਂ ਅਲਾਟ ਹੋਈਆਂ ਨੇ ਉਸ ਟਾਈਮ, ਇਹਨਾਂ ਦੀ ਕੋਈ ਗੱਲ ਨਾ ਸੁਣੀ, ਇਹਨਾਂ ਸਾਰੇ ਪੰਜਾਬੀ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹ ਫਰੀਜ਼ ਕਰ ਦਿੱਤੀਆਂ। ਉਹਦਾ ਕੀ ਹੋਇਆ ਕਿ ਨਾ ਤਾਂ ਹੁਣ ਕਿਸਾਨ ਉੱਥੇ ਆਪਣੀ ਜ਼ਮੀਨ ਹੈ ਜਿਹੜੀ ਵੇਚ ਸਕਦੇ ਨੇ, ਨਾ ਖਰੀਦ ਸਕਦੇ ਨੇ, ਤੇ ਨਾ ਹੀ ਉਹ ਕੋਈ ਉਹ ਤੇ ਕੋਈ ਲੋਨ ਲੈ ਸਕਦੇ ਨੇ। ਕੱਲ ਨੂੰ ਅਕਵਾਇਰ ਹੁੰਦੀ ਆ, ਮੁਆਵਜ਼ਾ ਵੀ ਨਹੀਂ ਲੈ ਸਕਣਗੇ। ਤਾਂ ਕਿਸਾਨ ਤਕਰੀਬਨ 27-28 ਕਿਸਾਨ ਇਕੱਠੇ ਹੋਏ, ਉਹਨਾਂ ਨੇ 2011 ਦੇ ਵਿੱਚ ਉੱਥੇ ਹਾਈ ਕੋਰਟ 'ਚ ਗੁਜਰਾਤ ਦੀ 'ਚ ਆਪਣਾ ਕੇਸ ਪਾ ਦਿੱਤਾ। ਤਾਂ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਇੱਕ ਲੌਜਿਕ ਰੱਖਿਆ ਕਿ ਜਦੋਂ ਸਰ ਛੋਟੂ ਰਾਮ ਨੇ ਇੱਕ ਵਿਦਰਭਾ ਦਾ ਬਣਾਇਆ ਸੀਗਾ ਐਕਟ, ਉਸ ਟਾਈਮ ਮਹਾਰਾਸ਼ਟਰ ਦੇ ਵਿੱਚ ਇਹ ਕਛ ਦਾ ਇਲਾਕਾ ਸ਼ਾਮਲ ਸੀਗਾ, ਉਹਦੇ ਵਿੱਚ ਇਹ ਸੀ ਕਿ ਕਿਸਾਨ ਹੀ ਕਿਸਾਨ ਦੀ ਜ਼ਮੀਨ ਲੈ ਸਕਦਾ ਹੈਗਾ। ਤਾਂ ਕਿਸਾਨਾਂ ਨੇ ਕਿਹਾ ਕਿ ਅਸੀਂ ਤਾਂ ਕਿਸਾਨ ਆ ਸਰ, ਅਸੀਂ ਤਾਂ ਕਿਸਾਨ ਹੀ ਆ ਔਰ ਸਾਨੂੰ ਅਲਾਟ ਹੋਈਆਂ, ਬਕਾਇਦਾ ਪਾਰਲੀਮੈਂਟ ਦੇ ਵਿੱਚ ਉਹਦਾ ਜ਼ਿਕਰ ਵੀ ਉਹਨਾਂ ਨੇ ਡਾਕੂਮੈਂਟਸ ਆਪਣੇ ਲਾਏ। ਅਲਟੀਮੇਟਲੀ 2013 ਦੇ ਵਿੱਚ ਕਿਸਾਨਾਂ ਦੇ ਪੱਖ ਦੇ ਵਿੱਚ ਉਹ ਫੈਸਲਾ ਆ ਗਿਆ ਸੀਗਾ। ਤਾਂ ਉਦੋਂ ਬਾਅਦ ਜੇ ਸੱਚੀ ਮੁੱਚੀ ਇਹ ਸੁਹਿਰਦ ਹੁੰਦੀ, ਜਿਵੇਂ 2014 ਦੀਆਂ ਚੋਣਾਂ ਜਿੱਤ ਗਏ ਸੀ ਇਹ, ਤਾਂ ਉੱਥੋਂ ਦੀ ਗੁਜਰਾਤ ਸਰਕਾਰ ਕਿਸਾਨਾਂ ਦੇ ਖਿਲਾਫ, ਪੰਜਾਬੀ ਕਿਸਾਨਾਂ ਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ 2015 ਦੇ ਵਿੱਚ। ਸੁਪਰੀਮ ਕੋਰਟ ਨੇ ਸਟੇ ਦੇਣ ਤੋਂ ਇਨਕਾਰ ਕਰ ਦਿੱਤਾ, ਇਹ ਫੈਸਲਾ ਆ ਚੁੱਕਾ ਹੈ। ਇਹਦੇ ਬਾਵਜੂਦ ਅੱਜ ਵੀ ਉਹ ਕੇਸ ਚੱਲ ਰਿਹਾ ਹੈਗਾ, 5 ਸਾਲ ਹੋ ਚੁੱਕੇ ਨੇ। ਔਰ ਸਰਕਾਰ ਚਾਹੁੰਦੀ, ਗੁਜਰਾਤ ਸਰਕਾਰ ਚਾਹੁੰਦੀ, ਸਾਡੇ ਪ੍ਰਾਈਮ ਮਿਨਿਸਟਰ ਦਾ ਕੀਤਾ ਹੋਇਆ ਵਾਅਦਾ ਪੂਰਾ ਕਰਨਾ ਚਾਹੁੰਦੇ ਤਾਂ ਉਹ ਕੇਸ ਵਾਪਸ ਵੀ ਲੈ ਸਕਦੇ ਸੀ। ਅੱਜ ਵੀ ਕਿਸਾਨਾਂ ਦੀ ਉਹੀ ਹਾਲਤ ਬਣੀ ਹੈ। ਔਰ ਪਿਛਲੇ ਟਾਈਮ 'ਚ ਬਹੁਤ ਸਾਰੇ ਅਟੈਕ ਹੈ ਜਿਹੜੇ ਗੁਜਰਾਤ ਦੇ ਕਿਸਾਨਾਂ ਦੇ ਹੋਏ ਵੀ ਨੇ। ਤੇ 2014 'ਚ ਇੱਕ ਬੜੀ, ਜਦੋਂ ਇਲੈਕਸ਼ਨ ਚੱਲ ਰਹੀ ਸੀ ਤਾਂ ਉੱਥੋਂ ਦੇ ਪੰਜਾਬੀ ਕਿਸਾਨਾਂ ਦਾ ਇੱਕ ਵਫਦ ਮੋਦੀ ਸਾਹਿਬ ਨੂੰ ਮਿਲਿਆ ਵੀ ਸੀ, ਜਿਨ੍ਹਾਂ ਨੇ ਸਾਫ਼ ਕਹਿ ਦਿੱਤਾ ਸੀ ਕਿ ਅਸੀਂ ਤਾਂ ਜੀ ਪੰਜਾਬ 'ਚੋਂ ਆਪਣੀਆਂ ਜ਼ਮੀਨ ਜਾਇਦਾਦਾਂ ਵੇਚ ਕੇ ਇੱਥੇ ਗੁਜਰਾਤ 'ਚ ਵਸ ਗਏ ਹੈਗੇ ਆ, ਤੇ ਸਾਡੀ ਜ਼ਮੀਨ ਖੋਲੀ ਤਾਂ ਅਸੀਂ ਕਿੱਥੇ ਜਾਵਾਂਗੇ। ਤਾਂ ਇਹ ਜ਼ਮੀਨਾਂ ਖੋਹਣ ਵਾਲਾ ਮਸਲਾ ਉਦੋਂ ਵੀ ਚੱਲਿਆ ਸੀ। ਤਾਂ ਇਹ ਕੜੀ ਉਦੋਂ ਦੀ ਚੱਲੀ, ਅੱਜ ਤੱਕ ਲਗਾਤਾਰ ਚੱਲ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਚਰਨਜੀਤ ਜੀ, ਜੇ ਹੁਣ ਇੱਕ ਗੱਲ ਅਸੀਂ ਕਰੀਏ ਵੀ ਕਿ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਨਵਾਂ ਨੋਟਿਸ ਜਾਰੀ ਕੀਤਾ, ਤੇ ਦੂਜੇ ਪਾਸੇ ਕਿਸਾਨ ਧਿਰਾਂ ਨੇ ਵੀ ਖੇਤੀ ਮੰਤਰਾਲੇ ਨੂੰ ਇੱਕ ਚਿੱਠੀ ਲਿਖੀ ਹੈ ਵੀ ਕਿ ਇਸ ਬਾਰੇ ਸਾਡੇ ਨਾਲ ਚਾਨਣਾ ਪਾ। ਉਹਦੇ ਵਿੱਚ ਦੋ ਡਿਵੈਲਪਮੈਂਟ ਅੱਜ ਜਿਹੜੀਆਂ ਅਪਡੇਟ ਸਾਨੂੰ ਮਿਲੀ ਹੈਗੀ ਹੈ। ਇੱਕ ਤਾਂ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਕੋਈ PIL ਪੈਂਡਿੰਗ ਸੀ, ਉਹਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀਆਂ ਪੰਜਾਬ, ਹਰਿਆਣਾ ਔਰ ਸੈਂਟਰ ਨੂੰ ਨੋਟਿਸ ਜਾਰੀ ਕੀਤਾ ਹੈਗਾ, ਔਰ ਉਹਨਾਂ ਨੂੰ ਕਿਹਾ ਕਿ ਇੱਕ ਸਾਂਝੀ ਕਮੇਟੀ ਬਣਾ ਕੇ ਜਿਹਦੇ ਵਿੱਚ ਫਾਰਮਰਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਣ, ਇਸ ਮਸਲੇ ਦਾ ਜਿਹੜਾ ਹੱਲ ਕੀਤਾ ਜਾਵੇ। ਜੀ ਮੈਨੂੰ ਲੱਗਦਾ ਕਿ ਸ਼ਾਇਦ ਉਹ ਉੱਥੋਂ ਬੈਠਣ, ਜਿਹੜੇ ਇਕੱਠ ਬੈਠਾ ਉਹਦੇ ਰਿਗਾਰਡਿੰਗ ਵੀ ਇੱਕ ਅੱਧੀ PIL ਜਿਹੜੀ ਦਾਖਲ ਹੋਈ ਵੀ ਸੀ। ਇੱਕ ਤਾਂ ਇਹ ਸੀ। ਦੂਸਰਾ ਇਹ ਸੀ ਕਿ ਇੱਕ ਡੈਡਲੌਕ ਬਣਿਆ ਹੋਇਆ ਸੀ ਕਿਸਾਨ ਧਿਰਾਂ ਤੇ ਸਾਡੇ ਸੈਂਟਰ ਗਵਰਨਮੈਂਟ ਦੇ ਵਿੱਚ। ਤਾਂ ਸੈਂਟਰ ਗਵਰਨਮੈਂਟ ਨੇ ਹੁਣ ਇੱਕ ਗੱਲ ਨਵੀਂ ਕਹਿ ਦਿੱਤੀ ਹੈਗੀ ਹੈ ਕਿ ਤੁਸੀਂ ਤਾਂ ਜਿਹੜਾ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਜਿਹੜੀਆਂ ਤੁਹਾਨੂੰ ਪ੍ਰਪੋਜ਼ਲਾਂ ਦਿੱਤੀਆਂ ਸੀ, ਤੁਸੀਂ ਉਹਨਾਂ ਪ੍ਰਪੋਜ਼ਲਾਂ ਨੂੰ ਰੱਦ ਕਰ ਦਿੱਤਾ ਹੈਗਾ, ਪਰ ਇਹ ਰੱਦ ਕੀਤੇ ਜਾਣ ਦਾ ਫੈਸਲਾ ਸਾਨੂੰ ਤੁਹਾਡੇ ਮੀਡੀਆ ਰਾਹੀਂ ਪਤਾ ਲੱਗਿਆ, ਸਾਨੂੰ ਰਿਟਨ 'ਚ ਦਿਓ। ਤਾਂ ਅੱਜ ਡਾਕਟਰ ਦਰਸ਼ਨਪਾਲ ਨੇ ਜਿਹੜਾ ਹੈਗਾ 32 ਕਿਸਾਨ ਧਿਰਾਂ ਤਰਫੋਂ ਆਪਣੀ ਤਰਫੋਂ 16 ਦਸੰਬਰ ਦੇ ਵਿੱਚ ਇੱਕ ਚਿੱਠੀ ਹੈ ਜਿਹੜੀ ਉਹ ਸੈਂਟਰ ਗਵਰਨਮੈਂਟ ਨੂੰ ਲਿਖੀ ਹੈਗੀ ਹੈ। ਤਾਂ ਉਹਨਾਂ ਨੇ ਕਹਿ ਦਿੱਤਾ ਕਿ ਅਸੀਂ ਤੁਹਾਡੀਆਂ ਪ੍ਰਪੋਜ਼ਲਾਂ ਪੂਰੀ ਤਰ੍ਹਾਂ ਰੱਦ ਕਰਦੇ ਹੈਗੇ ਆ। ਤੇ ਦੂਸਰਾ ਉਹਨਾਂ ਨੇ ਇਹ ਕਹਿ ਗਿਆ ਕਿ ਜਿਹੜੀਆਂ ਤੁਸੀਂ ਡੰਮੀ ਕਿਸਾਨ ਧਿਰਾਂ ਖੜੀਆਂ ਕਰ ਰਹੇ ਹੋ, ਇਹ ਤੋਂ ਗੁਰੇਜ਼ ਕੀਤਾ ਜਾਵੇ ਅਗਰ ਤੁਸੀਂ ਕਿਸਾਨਾਂ ਨਾਲ ਆਪਣੀ ਗੱਲਬਾਤ ਹੈ ਜਿਹੜੀ ਉਹ ਜਾਰੀ ਰੱਖਣਾ ਚਾਹੁੰਦੇ ਹੋ। ਤਾਂ ਇੱਕ ਤਾਂ ਡਿਵੈਲਪਮੈਂਟ ਇਹ ਹੋਈ ਹੈ ਸੁਪਰੀਮ ਕੋਰਟ ਵਾਲੀ। ਦੂਸਰੀ ਜਿਹੜੀ ਹੈਗੀ ਹੈ, ਚਿੱਠੀ ਲਿਖ ਕੇ ਉਹਨਾਂ ਨੇ ਕਹਿ ਦਿੱਤਾ ਹੈਗਾ ਹੁਣ ਹੋ ਸਕਦਾ ਕਿ 1-2 ਦਿਨਾਂ 'ਚ, ਕਿ ਪਹਿਲਾਂ ਉਮੀਦ ਸੀ ਕਿ ਅੱਜ ਜਾਂ ਭਲਕ ਸੈਂਟਰ ਦਾ ਕੁਝ ਸੱਦਾ ਆਏਗਾ, ਪਰ ਸੈਂਟਰ ਨੇ ਉਹਦੇ ਵਿੱਚ ਇੱਕ ਨਵਾਂ ਇੱਕ ਰਾਹ ਕੱਢ ਲਿਆ ਤੇ ਮੀਨ ਟਾਈਮ ਉਹ ਜਿਹੜਾ ਆਪਣਾ ਪ੍ਰਚਾਰ ਵੀ ਹੈ ਉਹਨਾਂ ਨੇ ਉਹਨੂੰ ਤੇਜ਼ ਕੀਤਾ ਹੋਇਆ ਹੈਗਾ। ਤਾਂ ਸੈਂਟਰ ਗਵਰਨਮੈਂਟ ਵੀ ਥੋੜੀ ਬਹੁਤੀ ਅੰਦਰੋਂ ਡਰ ਵੀ ਰਹੀ ਹੈਗੀ ਹੈ, ਔਰ ਉਹ ਤੇ ਸੈਂਟਰ ਗਵਰਨਮੈਂਟ ਤੇ ਪ੍ਰੈਸ਼ਰ ਵੀ ਨੇ। ਉਹਨਾਂ ਨੂੰ ਲੱਗਦਾ ਕਿ WTO ਦਾ ਪ੍ਰੈਸ਼ਰ ਵੀ ਹੈਗਾ, ਇਧਰ ਕਾਰਪੋਰੇਟਸ ਦੇ ਜਿਹੜੇ ਕਾਰੋਬਾਰ ਹੈ ਉਹ ਬੰਦ ਪਏ ਨੇ, ਉਹਦਾ ਪ੍ਰੈਸ਼ਰ ਵੀ ਹੈਗਾ। ਤਾਂ ਨਾਲੋਂ ਨਾਲ ਹਊਆ ਵੀ ਖੜਾ ਕੀਤਾ ਜਾ ਰਿਹਾ।
ਡਰ ਵੀ ਖੜਾ ਕੀਤਾ ਜਾ ਰਿਹਾ ਹੈ, ਨਾਲ ਥੋੜੀ ਥੋੜੀ ਗੱਲਬਾਤ ਵੀ ਜਿਹੜੀ ਉਹ ਚਲਾਈ ਜਾ ਰਹੀ ਹੈ। ਤੇ ਜਿੱਥੋਂ ਤੱਕ ਸਾਡੇ ਪੰਜਾਬ ਸਰਕਾਰ ਦੀ ਆਪਾਂ ਹਰ ਸੈਗਮੈਂਟ ਦੇ ਵਿੱਚ ਗੱਲ ਕਰਦੇ ਹਾਂ, ਕਿਉਂਕਿ ਲੋਕ ਜੁੜੇ ਹੋਏ ਨੇ ਔਰ ਪੰਜਾਬ ਹੀ ਇਹਦੇ ਵਿੱਚ ਜਿਹੜਾ ਮੋਹਰੀ ਜਿਹੜਾ ਰੋਲ ਹੈ ਉਹ ਅਦਾ ਕਰ ਰਿਹਾ ਹੈਗਾ, ਹਨਾ। ਆਪਾਂ ਕਹਿ ਦਈਏ ਜਿਵੇਂ ਕਹਿੰਦੇ ਨੇ ਕਿ ਕਿਸਾਨ ਧਿਰਾਂ ਦਾ, ਸਾਰੇ ਸਟੇਟਾਂ ਦਾ ਇੱਕ ਇੰਜਨ ਹੈ ਜਿਹੜਾ ਉਹ ਪੰਜਾਬ ਬਣਿਆ ਹੈ, ਬਾਕੀ ਡੱਬੇ ਨੇ ਉਹਦੇ, ਹਨਾ, ਜਿਹੜੇ ਪੈਰ 'ਚ ਪੈਰ ਰੱਖ ਕੇ ਚੱਲ ਰਹੇ ਨੇ ਉਹਨਾਂ ਦੇ ਨਾਲ। ਤਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਡਰੀ ਵੀ, ਇਹਨੂੰ ਲੱਗਦਾ ਕਿ ਬਹੁਤ ਜਲਦੀ ਮਸਲਾ ਇਹ ਹੱਲ ਹੋਣਾ ਚਾਹੀਦਾ ਹੈਗਾ, ਕਿਉਂਕਿ ਔਰ ਇਹ ਵੀ ਚਾਹੁੰਦੇ ਨੇ ਕਿ ਫੈਸਲਾ ਜਿਹੜਾ ਲੰਗੜਾ ਹੋਵੇ। ਅਗਰ ਫੈਸਲਾ ਸਬੂਤਾ ਹੁੰਦਾ ਹੈ, ਕਾਨੂੰਨ ਵਾਪਸ ਹੁੰਦੇ ਨੇ, ਤਾਂ ਜਿਹੜੇ ਕਿਸਾਨ ਧਿਰਾਂ ਦਾ ਹੌਸਲਾ ਵਧੇਗਾ, ਕਿਸਾਨਾਂ ਦਾ ਹੌਸਲਾ ਵਧੇਗਾ, ਜਿਹੜੇ ਉਹਦੇ ਹਮੈਤੀ ਨੇ, ਚਾਹੇ ਉਹ ਦੇਸ਼ 'ਚ ਬੈਠੇ ਨੇ ਚਾਹੇ ਵਿਦੇਸ਼ 'ਚ ਬੈਠੇ ਨੇ, ਉਹਨਾਂ ਦੀ ਇੱਕ ਜਿੱਤ ਹੋਏਗੀ, ਤਾਂ ਉਹ ਜਿੱਤ ਦੀ ਖੁਸ਼ੀ ਦੇ ਵਿੱਚ ਆਉਣਗੇ। ਤਾਂ ਇਹਦੇ ਨਾਲ ਜਿਹੜੀ ਲੀਡਰਾਂ ਦੀ ਜਿਹੜੀ ਬੁੱਕਤ ਹੈ ਸਿਆਸੀ ਲੋਕਾਂ ਦੀ, ਉਹ ਘਟੇਗੀ। ਤੇ ਕੱਲ ਨੂੰ ਜਿਹੜੇ ਸਾਡੇ ਲੋਕ ਆ ਸਵਾਲ ਕਰਨਗੇ ਸੱਥਾਂ ਦੇ ਵਿੱਚ ਇਹਨਾਂ ਨੂੰ, ਤਾਂ ਉਹ ਮਜਬੂਰ ਕਰਨਗੇ ਜਿਹੜੇ ਨੇਤਾ ਨੇ ਸਾਡੇ ਭਵਿੱਖ ਦੇ, ਉਹ ਲੋਕਾਂ 'ਚੋਂ ਚੁਣੇ ਜਾਣ, ਉਹ ਕਿਸਾਨਾਂ 'ਚੋਂ ਚੁਣੇ ਜਾਣ। ਇਸ ਕਰਕੇ ਸਾਡੀਆਂ ਜਿਹੜੀਆਂ ਧਿਰਾਂ ਇਹ ਡਰੀਆਂ ਹੋਈਆਂ ਨੇ ਪੰਜਾਬ ਵਾਲੀਆਂ ਨੇ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਸ਼੍ਰੋਮਣੀ ਅਕਾਲੀ ਦਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਜੀ ਟੁਕੜੇ ਟੁਕੜੇ ਗੈਂਗ ਹੈ, ਤੇ ਸਵੇਤ ਮਲਕ ਜੀ ਨੇ ਅੱਜ ਉਹਨਾਂ ਦਾ ਜਵਾਬ ਦਿੱਤਾ ਕਿ ਤੁਸੀਂ 25 ਸਾਲ ਸਾਡੇ ਨਾਲ ਹੀ ਰਹੇ ਹੋ, ਤੇ ਪਹਿਲਾਂ ਤੁਸੀਂ ਪੱਖ 'ਚ ਬੋਲੇ ਤੇ ਹੁਣ ਸਾਡੇ ਤੁਸੀਂ ਅਗੇਂਸਟ ਬੋਲ ਰਹੇ ਹੋ। ਤੇ ਇਧਰੋਂ ਆਪ ਵਾਲਿਆਂ ਨੇ ਵੀ ਆਪਣੀ ਜਿਹੜੀ ਸਰਗਰਮੀ ਹੈ ਥੋੜੀ ਥੋੜੀ ਵਿੱਢੀ ਹੋਈ ਹੈ। ਤਾਂ ਆਪਾਂ ਅੱਜ ਦੀ ਜਿਹੜੀ ਸਮਾਪਤੀ ਹੈ, ਇੱਕ ਆਪਣਾ ਇਟਲੀ ਦਾ ਜਿਹੜਾ ਇੱਕ ਚਿੰਤਕ ਹੈਗਾ ਅਲਫੈਰੀ, ਉਹਦੇ ਕੁਝ ਬੋਲਾਂ ਨਾਲ ਕਰਾਂਗੇ। ਅਲਫੈਰੀ ਆਖਦਾ ਹੈ ਕਿ ਜੇ ਤੁਸੀਂ ਆਪਣੀ ਹਕੂਮਤ ਬਾਰੇ ਜਾਣਨਾ ਚਾਹੁੰਦੇ ਹੋ ਕਿ ਤੁਹਾਡੀ ਹਕੂਮਤ, ਤੁਹਾਡੀ ਸਰਕਾਰ ਚੰਗੀ ਹੈ ਜਾਂ ਮਾੜੀ ਹੈ, ਤਾਂ ਤੁਸੀਂ ਲੋਕਾਂ ਦੇ ਚਿਹਰੇ ਪੜ੍ਹੋ। ਲੋਕਾਂ ਦੇ ਚਿਹਰਿਆਂ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਏਗਾ ਕਿ ਤੁਹਾਡੀ ਹਕੂਮਤ ਆ ਉਹ ਲੋਕ ਪੱਖੀ ਹੈ ਜਾਂ ਲੋਕ ਵਿਰੋਧੀ ਹੈਗੀ ਹੈ। ਤੇ ਨਾਲ ਹੀ ਜਿਹੜੀ ਆਪਾਂ ਅਖੀਰ 'ਚ ਗੱਲ ਕਰਨੀ ਆ ਉਹ ਇਹ ਹੈਗਾ, ਉਹ ਕਹਿੰਦਾ ਕਿ ਜਿਹੜੇ ਭਲੇ ਮਾਨਸ ਲੋਕ ਹੁੰਦੇ ਨੇ, ਜਿਹੜੇ ਇਮਾਨਦਾਰ ਲੋਕ ਹੁੰਦੇ ਨੇ, ਉਹ ਕਦੇ ਵੀ ਹਕੂਮਤ ਜਾਂ ਬਾਦਸ਼ਾਹ ਦੇ ਨੇੜੇ ਨਹੀਂ ਢੁਕਦੇ। ਤਾਂ ਉਹ ਜਿਹੜੇ ਬਦ ਅਖਲਾਕ ਲੋਕ ਹੁੰਦੇ ਜਾਂ ਕਰਪਟ ਲੋਕ ਹੁੰਦੇ ਨੇ, ਉਹ ਰਾਜੇ ਦੇ ਜਿਹੜੇ ਝੁਰਮਟ ਪਾ ਬੈਠਦੇ ਨੇ, ਤੇ ਰਾਜਾ ਉਹਨਾਂ ਤੇ ਨਿਰਭਰ ਹੋ ਜਾਂਦਾ, ਬਾਦਸ਼ਾਹ ਨਿਰਭਰ ਹੋ ਜਾਂਦਾ ਉਹਨਾਂ ਤੇ। ਤੇ ਉਹੀ ਉਹਨਾਂ ਲੋਕਾਂ ਦੇ ਜ਼ਰੀਏ ਹੀ, ਉਹਨਾਂ ਲੋਕਾਂ ਦੇ ਮੂੰਹਾਂ ਤੋਂ ਹੀ ਉਹ ਆਪਣੀ ਪ੍ਰਜਾ ਨੂੰ ਪੜ੍ਹਦਾ ਹੈਗਾ। ਤਾਂ ਇਹ ਕਹਿ ਲਓ ਕਿ ਇਹ ਜਿਹੜੇ ਲੋਕ ਹੁੰਦੇ ਆਸੇ ਪਾਸੇ ਘੁੰਮਣ ਵਾਲੇ, ਉਹਨਾਂ ਦੇ ਚੌਧਰੀ ਜਿਹੜੇ ਬਣੇ ਹੁੰਦੇ, ਨੇੜਲੇ ਬੰਦੇ ਹੁੰਦੇ, ਉਹ ਰਾਜੇ ਦੇ ਜਿਹੜੀਆਂ ਕੰਨਾਂ ਤੇ ਅੱਖਾਂ ਹੁੰਦੀਆਂ ਨੇ। ਤੇ ਇਹ ਸਾਡੀ ਜਿਹੜੀਆਂ ਅੱਖਾਂ ਦੇ ਵਿੱਚ ਸਾਡੇ ਨਰਿੰਦਰ ਤੋਮਰ ਜੀ ਵੀ ਆਉਂਦੇ ਨੇ, ਜਿਨ੍ਹਾਂ ਨੇ ਹੁਣ ਇੱਕ ਨਵਾਂ ਚਸ਼ਮਾ ਲਾਇਆ ਹੈ, ਜਿਹਦੇ ਰਾਹੀਂ ਉਹਨਾਂ ਨੇ ਦੇਖਣਾ ਸ਼ੁਰੂ ਕੀਤਾ ਹੈ ਕਿ ਇਹ ਕਿਸਾਨਵਾਦ ਹੈ, ਅਸਲੀ ਹੈ ਜਾਂ ਨਕਲੀ ਹੈ। ਪਰ ਸਾਡੇ ਜਿਹੜੇ ਕਿਸਾਨ ਹੈ ਉਹ ਖਰੇ ਨੇ, ਜਿਨ੍ਹਾਂ ਨੂੰ ਲੋੜ ਹੈ ਇੱਕ ਚੰਗੇ ਚੌਧਰੀ ਦੀ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।